ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿਣਾ ਹੈ। ਅੱਜ ਦੇ ਵਚਨ ਦਾ ਜੋ ਅਸੀਂ ਤੇਰੇ ਵਿੱਚ ਮਨਨ ਕਰਨ ਜਾ ਰਹੇ ਹਾਂ, ਉਸ ਨੂੰ ਸਿੱਖਣ ਦੇ ਲਈ ਆਪਣੀ ਬੁੱਧ, ਆਪਣੀ ਸਮਝ, ਆਪਣਾ ਗਿਆਨ ਦੇ, ਤਾਂ ਕਿ ਸਾਡੇ ਵਿੱਚ ਤੇਰਾ ਨਾਮ ਉੱਚਾ ਹੋ ਸਕੇ ਔਰ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਪਿਤਾ ਆਦਰ ਅਤੇ ਮਾਨ ਸਨਮਾਨ ਪ੍ਰਾਪਤ ਕਰੇ। ਇੱਕ ਇੱਕ ਪਲ ਦੇ ਲਈ ਅੱਜ ਦੇ ਵਚਨ ਨੂੰ ਔਰ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਉਹ ਤੇਰੀ ਬਰਕਤ ਨੂੰ ਪ੍ਰਾਪਤ ਕਰ ਸਕਣ ਔਰ ਤੇਰਾ ਦਾਸ ਜੋ ਬੋਲ ਰਿਹਾ ਤੇਰੇ ਆਤਮਾ ਦੇ ਰਾਹੀਂ ਤੇਰੇ ਭੀਤਾਂ ਨੂੰ ਪ੍ਰਗਟ ਕਰ ਸਕੇ ਔਰ ਤੇਰੇ ਹੀ ਨਾਮ ਦੀ ਮਹਿਮਾ ਉਸ ਦੇ ਜੀਵਨ ਦੇ ਵਿੱਚ ਹੋ ਸਕੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਇਸ ਵਚਨ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹਾਂ। ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਆਮੀਨ। ਪਿਆਰੇ ਅਜ਼ੀਜ਼, ਅਸੀਂ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਅੱਜ ਦਾ ਜੀਵਨ ਅਤੇ ਅੱਜ ਦਾ ਵਚਨ ਸਾਡੇ ਜੀਵਨ ਦੇ ਵਿੱਚ ਦਿੱਤਾ ਹੈ ਔਰ ਇਸ ਵਚਨ ਦੇ ਰਾਹੀਂ ਅੱਜ ਅਸੀਂ ਪਰਮੇਸ਼ਰ ਦੀ ਮਹਾਨ ਉਸ ਭੇਤ ਨੂੰ ਸਿੱਖਾਂਗੇ ਜਿਹੜਾ ਸਾਡੇ ਵਿੱਚ ਸਾਨੂੰ ਦਿਨ ਪ੍ਰਤੀ ਦਿਨ ਉਸ ਵਿੱਚ ਮਜ਼ਬੂਤ ਕਰਦਾ ਹੈ। ਔਰ ਇਸ ਦੇ ਲਈ ਜੋ ਮੈਂ ਪਰਮੇਸ਼ਰ ਦੇ ਬਾਣੀ ਦੇ ਵਿੱਚੋਂ, ਪਵਿੱਤਰ ਬਾਣੀ ਦੇ ਵਿੱਚੋਂ ਜੋ ਵਚਨ ਲਿਆ ਹੈ ਉਹ ਇਬਰਾਨੀਆਂ 10 ਅਧਿਆਏ ਉਸ ਦੀ 25 ਆਇਤ ਦੇ ਵਿੱਚੋਂ ਲਿਆ ਹੈ। ਇੱਥੇ ਲਿਖਿਆ ਹੋਇਆ ਹੈ, ਅਤੇ ਆਪਸ ਵਿੱਚ ਹੀ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ, ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਾਈ ਉਹ ਦਿਨ ਨੇੜੇ ਆਉਂਦਾ ਹੈ। ਇਹ ਜੋ ਵਚਨ ਹੈ, ਜਦੋਂ ਅਸੀਂ ਇਸ ਕਿਤਾਬ ਦੇ ਵਿੱਚੋਂ, ਇਬਰਾਨੀਆਂ ਦੀ ਪੁਸਤਕ ਦੇ ਵਿੱਚੋਂ ਅਸੀਂ ਵੇਖਦੇ ਹਾਂ, ਜਦੋਂ ਅਸੀਂ ਇਸ ਦੀ ਸ਼ੈਲੀ ਜੋ ਲੇਖਕ ਲਿਖ ਰਿਹਾ ਹੈ, ਇਹ ਉਹਨਾਂ ਯਹੂਦੀ ਮਸੀਹਾਂ ਨੂੰ ਲਿਖ ਰਿਹਾ ਹੈ ਜਿਹੜੇ ਯਹੂਦੀਆਂ ਦੇ ਵਿੱਚੋਂ ਮਸੀਹ ਦੇ ਵਿੱਚ ਆਏ ਸਨ। ਪਰ ਅੱਜ ਇਹ ਸਾਡੇ ਸਾਰਿਆਂ ਦੇ ਲਈ ਵੀ ਹੈ, ਕਿਉਂਕਿ ਇਹ ਉਸ ਸਮੇਂ ਦੇ ਲੋਕਾਂ ਦੇ ਲਈ ਹੈ ਜਿਹੜੇ ਮਸੀਹ ਦੇ ਵਿੱਚ, ਯਹੂਦੀਆਂ ਦੇ ਵਿੱਚੋਂ ਮਸੀਹ ਦੇ ਵਿੱਚ ਆ ਗਏ ਸੀ, ਪਰ ਕਈ ਗੱਲਾਂ ਦੇ ਕੰਨਾਂ ਦੇ ਕੱਚੇ ਹੋਣ ਦੇ ਕਾਰਨ ਔਰ ਪਰਮੇਸ਼ਰ ਦੇ ਵਚਨ ਦੇ ਵਿੱਚ ਮਜ਼ਬੂਤ ਨਾ ਹੋਣ ਦੇ ਕਾਰਨ ਉਹ ਵਾਪਸ ਯਹੂਦੀ ਸ਼ਰਾਂ ਦੇ ਵਿੱਚ ਚਲੇ ਗਏ ਅਤੇ ਕਈ ਆਪਣੇ ਪੁਰਾਣੇ ਖਿਆਲਾਤਾਂ ਦੇ ਵਿੱਚ ਮੁੜ ਗਏ। ਉਹਨਾਂ ਦਾ ਕਾਰਨ ਕੀ ਹੈ, ਉਹਨਾਂ ਦੇ ਸਿੱਟੇ ਕੀ ਹੈ, ਮੈਂ ਕੁਝ ਗੱਲਾਂ ਆਪ ਦੇ ਨਾਲ ਪ੍ਰਗਟ ਕਰਾਂਗਾ। ਜਿਹੜੇ ਵਿਅਕਤੀ ਪ੍ਰਭੂ ਦੇ ਵਿੱਚ ਵਿਸ਼ਵਾਸ ਕਰਕੇ ਨਵਾਂ ਜਨਮ ਪਾ ਕੇ ਪ੍ਰਭੂ ਦੇ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਲਗਾਤਾਰ ਪ੍ਰਭੂ ਦੀ ਸੰਗਤ ਦੇ ਵਿੱਚ ਬਣੇ ਰਹਿਣਾ ਹੈ। ਕਲੀਸਿਆ 'ਚ ਜਿਸ ਵੀ ਕਲੀਸਿਆ ਦੇ ਵਿੱਚ ਜਾਂਦੇ ਹੈ, ਜਿਸ ਵੀ ਕਲੀਸਿਆ ਦੇ ਵਿੱਚ ਜੁੜੇ ਹੋਏ ਆ, ਉਹਨਾਂ ਨੂੰ ਉਸ ਸੰਗਤ ਦੇ ਵਿੱਚ ਲਗਾਤਾਰ ਬਣੇ ਰਹਿਣਾ ਹੈ ਤਾਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਦੇ ਵਚਨ ਦੇ ਨਾਲ ਵਿਸ਼ਵਾਸ ਦੇ ਵਿੱਚ ਮਜ਼ਬੂਤੀ ਆ ਸਕੇ। ਜਦੋਂ ਮੈਂ ਇਸ ਵਚਨ ਨੂੰ ਪੜ੍ਹ ਰਿਹਾ ਸਾਂ, ਇਸ ਵਚਨ ਦੇ ਉੱਤੇ ਧਿਆਨ ਦੇ ਰਿਹਾ ਸਾਂ, ਤਾਂ ਪ੍ਰਭੂ ਨੇ ਮੈਨੂੰ ਇਸ ਦੇ ਵਿੱਚ ਪ੍ਰਭੂ ਦੇ ਲੋਕਾਂ ਦੇ ਲਈ, ਜਿਹੜੇ ਪ੍ਰਭੂ ਦੇ ਵਿੱਚ ਆਏ ਨੇ, ਉਹਨਾਂ ਦੇ ਲਈ ਇੱਕ ਅੱਛਾ ਸੁੰਦਰ ਵਿਸ਼ਾ ਦਿੱਤਾ। ਉਹ ਵਿਸ਼ਾ ਕੀ ਹੈ? ਪ੍ਰਭੂ ਦੀ ਸੰਗਤੀ ਵਿੱਚ ਇਕੱਠੇ ਹੋਣ ਦੇ ਨਾਲ ਵਿਸ਼ਵਾਸ ਵਿੱਚ ਮਜ਼ਬੂਤ ਹੋਣਾ ਹੈ। ਪ੍ਰਭੂ ਦੀ ਸੰਗਤ ਵਿੱਚ ਇਕੱਠੇ ਹੋਣ ਦੇ ਨਾਲ ਵਿਸ਼ਵਾਸ ਵਿੱਚ ਮਜ਼ਬੂਤ ਹੋਣਾ ਹੈ। ਔਰ ਪਹਿਲੇ ਸਮੇਂ ਦੇ ਜਿਹੜੇ ਲੋਕ ਸੀ, ਵਿਸ਼ਵਾਸੀ ਸੀ, ਉਹ ਹਮੇਸ਼ਾ ਸੰਗਤ ਦੇ ਵਿੱਚ ਜੁੜੇ ਰਹਿੰਦੇ ਸੀ, ਇਸ ਕਰਕੇ ਮਜ਼ਬੂਤ ਸੀ ਔਰ ਸ਼ਤਰੂ ਕਦੇ ਵੀ ਉਹਨਾਂ ਦੇ ਵਿਸ਼ਵਾਸ ਨੂੰ ਠੇਸ ਨਾ ਪਹੁੰਚਾ ਸਕਿਆ, ਨਾ ਅਹੇਰ ਕਰ ਸਕਿਆ। ਤਦ ਸਾਨੂੰ ਵੀ ਨਿਰੰਤਰ ਇਕੱਠੇ ਹੁੰਦੇ ਰਹਿਣਾ ਚਾਹੀਦਾ ਹੈ ਅਤੇ ਸਥਾਨਕ ਕਲੀਸਿਆ ਦੀ ਸੰਗਤੀ ਨੂੰ ਨਹੀਂ ਛੱਡਣਾ ਚਾਹੀਦਾ ਹੈ। ਸਥਾਨਕ ਕਲੀਸਿਆ ਦੀ ਸੰਗਤੀ ਨੂੰ ਨਹੀਂ ਛੱਡਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਸਥਾਨਕ ਕਲੀਸਿਆ ਦੇ ਵਿੱਚ ਜਾਂਦੇ ਹਾਂ ਤਾਂ ਮੇਰੀ ਨੀਡ, ਮੇਰੀ ਆਤਮਾ ਦੀ ਜ਼ਰੂਰਤ ਕੀ ਹੈ, ਮੇਰੇ ਦਿਨਚਰਿਆ ਦੇ ਵਿੱਚ ਪਰਮੇਸ਼ਰ ਦੀ ਯੋਜਨਾ ਕੀ ਹੈ, ਪਰਮੇਸ਼ਰ ਸਾਡੇ ਜੀਵਨ ਵਿੱਚ ਕੀ ਚਾਹੁੰਦਾ ਹੈ, ਅਸੀਂ ਮਸੀਹ ਦੇ ਵਿੱਚ ਮਜ਼ਬੂਤ ਜੀਵਨ ਕਿਵੇਂ ਬਿਤਾ ਸਕਦੇ ਹਾਂ, ਅਸੀਂ ਸ਼ਤਰੂ ਦੀਆਂ ਚਾਲਾਂ ਤੋਂ ਕਿਸ ਤਰ੍ਹਾਂ ਆਪਣਾ ਜਾਣੂ ਹੋ ਸਕਦੇ ਹਾਂ, ਇਹ ਸਭ ਅਸੀਂ ਸਥਾਨਕ ਕਲੀਸਿਆ ਦੀ ਸੰਗਤੀ ਵਿੱਚ ਜਾ ਕੇ ਹੀ ਸਿੱਖ ਸਕਦੇ ਹਾਂ।
ਇਹ ਰੇਡੀਓ ਦੇ ਰਾਹੀਂ, ਰੇਡੀਓ ਦੇ ਵਿਚਾਰਾਂ ਦੇ ਰਾਹੀਂ ਨਹੀਂ ਅਸੀਂ ਸੁਣ ਸਕਦੇ ਹਾਂ, ਜਾਂ ਮੋਬਾਈਲ ਵਿੱਚ ਭੇਜੇ ਗਏ ਸੰਦੇਸ਼ਾਂ ਦੇ ਰਾਹੀਂ ਨਹੀਂ ਸਿੱਖ ਸਕਦੇ ਹਾਂ, ਜਾਂ ਅਸੀਂ ਕਿਸੇ ਹੋਰ ਮਾਧਿਅਮ ਦੇ ਨਾਲ ਪੱਤਰਾਚਾਰ ਦੇ ਮਾਧਿਅਮ ਦੇ ਨਾਲ ਨਹੀਂ ਸਿੱਖ ਸਕਦੇ ਹਾਂ। ਜਦੋਂ ਅਸੀਂ ਕਲੀਸਿਆ ਦੇ ਵਿੱਚ ਜਾਂਦੇ ਹਾਂ, ਪਰਮੇਸ਼ਵਰ ਦਾ ਦਾਸ ਅਤੇ ਪਰਮੇਸ਼ਵਰ ਦੀ ਕਲੀਸਿਆ ਜਦੋਂ ਸਾਡੇ ਜੀਵਨ 'ਚ ਜੋ ਘਟਨਾ ਵਾਪਰ ਰਹੀ ਹੈ ਜਾਂ ਅਸੀਂ ਜਿਸ ਪਰਿਸਥਿਤੀ ਵਿੱਚੋਂ ਨਿਕਲ ਰਹੇ ਹਾਂ, ਤਾਂ ਉਹ ਸਾਨੂੰ ਸਮਝਾਉਣ ਦੇ ਲਈ, ਰਸਤਾ ਦਿਖਾਉਣ ਦੇ ਲਈ, ਸਾਨੂੰ ਚੰਗੀ ਸਲਾਹ ਦੇਣ ਦੇ ਲਈ, ਸਾਨੂੰ ਸਹੀ ਰਸਤੇ ਦੇ ਵਿੱਚ ਪਾਉਣ ਦੇ ਲਈ ਉਹ ਸਾਡੀ ਉੱਥੇ ਮਦਦ ਕਰਦੀ ਹੈ। ਇਹ ਰੇਡੀਓ ਸਾਡੀ ਮਦਦ ਨਹੀਂ ਕਰ ਸਕਦਾ, ਇਹ ਮੋਬਾਈਲ ਸਾਡੀ ਆਪਣਾ ਸਹਾਇਤਾ ਨਹੀਂ ਕਰ ਸਕਦਾ, ਇਹ ਪੱਤਰਾਚਾਰ ਸਾਡੀ ਮਦਦ ਨਹੀਂ ਕਰ ਸਕਦਾ, ਲੇਕਿਨ ਪਰਮੇਸ਼ਵਰ ਆਪਣੇ ਆਤਮਾ ਦੇ ਰਾਹੀਂ ਕਲੀਸਿਆ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਕਲੀਸਿਆ ਦੇ ਵਿੱਚ ਇਕੱਠੇ ਹੁੰਦੇ ਹਾਂ, ਕਲੀਸਿਆ ਦੇ ਵਿੱਚ ਜਦੋਂ ਪਰਮੇਸ਼ਵਰ ਦੇ ਉਪਦੇਸ਼ ਨੂੰ ਸੁਣਦੇ ਹਾਂ, ਪਰਮੇਸ਼ਵਰ ਦੇ ਭੇਟਾਂ ਨੂੰ ਆਪਣੇ ਜੀਵਨ 'ਚ ਅਸੀਂ ਸੁਣ ਕੇ ਉਸ ਦੇ ਅਨੁਸਾਰ ਚੱਲਦੇ ਹਾਂ, ਤਾਂ ਸਾਡੇ ਜੀਵਨ ਦੇ ਵਿੱਚ ਸਾਰੇ ਰਸਤੇ ਵਿਸ਼ਵਾਸ ਦੇ ਨਾਲ ਮਜ਼ਬੂਤੀ ਦੇ ਵਿੱਚ ਸਾਡੇ ਲਈ ਨਿਕਲ ਆਉਂਦੇ ਨੇ ਤੇ ਅਸੀਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਜਾਂਦੇ। ਇਹ ਬਹੁਤ ਜ਼ਰੂਰੀ ਹੈ ਅਤੇ ਆਪਸ ਵਿੱਚ ਇਕੱਠਾ ਹੋਣਾ ਚਾਹੀਦਾ। ਕਿੰਨੀ ਵੱਡੀ ਅਤੇ ਕਿੰਨੀ ਸੁੰਦਰ ਗੱਲ ਪੌਲਸ ਰਸੂਲ ਇਬਰਾਨੀਆਂ ਦੀ ਕਲੀਸਿਆ ਨੂੰ ਦੱਸ ਰਿਹਾ ਸੀ। ਇਬਰਾਨੀਆਂ ਦੇ ਉਹਨਾਂ ਲੋਕਾਂ ਨੂੰ ਜਿਹੜੇ ਮਸੀਹ ਦੇ ਯਹੂਦੀਆਂ ਵਿੱਚੋਂ ਮਸੀਹ ਦੇ ਵਿੱਚ ਆਏ ਸੀ, ਉਹਨਾਂ ਨੂੰ ਦੱਸ ਰਿਹਾ ਸੀ। ਔਰ ਮੈਂ ਸਮਝਦਾ ਹਾਂ ਕਿ ਜਿਵੇਂ ਕਈਆਂ ਦਾ ਦਸਤੂਰ ਹੈ, ਇਹ ਸਾਰੇ ਵਿਸ਼ਵਾਸੀਆਂ ਨੂੰ ਉਹਨਾਂ ਦੀ ਕਲੀਸਿਆ ਹਾਜ਼ਰੀ ਦੇ ਵਿੱਚ ਵਫਾਦਾਰ ਹੋਣ ਦੇ ਲਈ ਇੱਕ ਆਮ ਉਪਦੇਸ਼ ਵਜੋਂ ਮੰਨਿਆ ਜਾ ਸਕਦਾ ਹੈ। ਬਿਨਾਂ ਪ੍ਰੇਸ਼ਰ ਅਸੀਂ ਆਰਾਧਨਾ ਅਤੇ ਸੇਵਾ ਦੇ ਵਿੱਚ ਤਾਕਤ, ਤਸੱਲੀ ਅਤੇ ਪਾਲਣ ਪੋਸ਼ਣ ਅਤੇ ਆਨੰਦ ਨੂੰ ਪਾਉਂਦੇ ਹਾਂ। ਕਲੀਸਿਆ ਦੇ ਵਿੱਚ ਜਦੋਂ ਇਹ ਵਚਨ ਦਿੱਤਾ ਜਾਂਦਾ ਹੈ, ਕਿਹੜੀ ਗੱਲ? ਪਹਿਲੀ ਗੱਲ ਤਾਕਤ ਹੈ, ਦੂਸਰੀ ਗੱਲ ਤਸੱਲੀ ਹੈ, ਤੀਸਰੀ ਗੱਲ ਪਾਲਣ ਪੋਸ਼ਣ ਹੈ, ਚੌਥੀ ਗੱਲ ਆਨੰਦ ਹੈ। ਇਹ ਸਾਨੂੰ ਫੋਨ ਦੇ ਮਾਧਿਅਮ ਦੇ ਵਿੱਚ ਨਹੀਂ ਮਿਲ ਸਕਦਾ ਹੈ, ਇਹ ਸਾਨੂੰ ਟੀਵੀ ਚੈਨਲ ਦੇ ਵਿੱਚ ਹੋਏ ਪ੍ਰਚਾਰ ਦੇ ਰਾਹੀਂ ਨਹੀਂ ਮਿਲ ਸਕਦਾ ਹੈ, ਇਹ ਪੱਤਰਾਚਾਰ ਦੇ ਰਾਹੀਂ ਨਹੀਂ ਹੋ ਸਕਦਾ ਹੈ। ਸਾਡੀ ਮੌਜੂਦਾ ਪਰਿਸਥਿਤੀਆਂ ਨੂੰ ਪਰਮੇਸ਼ਵਰ ਜਾਣਦਾ ਹੈ ਅਤੇ ਉਹ ਕਲੀਸਿਆ ਦੇ ਰਾਹੀਂ, ਕਲੀਸਿਆ ਦੇ ਵਿੱਚ ਸਾਡਾ ਉਸ ਗੱਲ ਦਾ ਉਪਾਅ ਸਾਨੂੰ ਦਿੰਦਾ ਹੈ। ਪਹਿਲੀ ਸ਼ਤਾਬਦੀ ਦੇ ਮਸੀਹੀ ਲੋਕ ਕਿਉਂ ਆਪਣਾ ਰਸੂਲਾਂ ਦੀ ਸਿੱਖਿਆ ਲੈਣ ਦੇ ਵਿੱਚ, ਵਚਨ ਪੜ੍ਹਨ ਦੇ ਵਿੱਚ, ਪ੍ਰਾਰਥਨਾ ਕਰਨ ਦੇ ਵਿੱਚ ਅਤੇ ਸੰਗਤ ਕਰਨ ਦੇ ਵਿੱਚ ਲੱਗੇ ਰਹੇ? ਅਤੇ ਜਦੋਂ ਇਹ ਕਰਦੇ ਸੀ ਤਾਂ ਬਾਈਬਲ ਦੇ ਵਿੱਚ ਲਿਖਿਆ ਉਹ ਦਿਨ ਪ੍ਰਤੀ ਦਿਨ ਵਧਦੇ ਜਾਂਦੇ ਸੀ। ਅੱਜ ਕੱਲ੍ਹ ਦੀਆਂ ਕਲੀਸਿਆਂ ਦੇ ਵਿੱਚ ਇਹ ਮਹੱਤਵ ਨਹੀਂ। ਅੱਜ ਕੱਲ੍ਹ ਦੀਆਂ ਕਲੀਸਿਆਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੀ ਹੋ ਰਿਹਾ ਹੈ, ਉਹ ਲੋਕ ਐਤਵਾਰ ਦੀ ਸੰਗਤ ਨੂੰ ਜਾਣਾ ਜ਼ਰੂਰੀ ਸਮਝਦੇ ਹਨ। ਨਾ ਤਾਂ ਉਹ ਬਾਈਬਲ ਸਟੱਡੀ ਦੇ ਵਿੱਚ ਇਕੱਠੇ ਹੁੰਦੇ ਨੇ, ਨਾ ਉਹ ਪ੍ਰਾਰਥਨਾ ਸਭਾ ਦੇ ਵਿੱਚ ਇਕੱਠੇ ਹੁੰਦੇ ਨੇ, ਨਾ ਉਹਨਾਂ ਦੇ ਬੱਚੇ ਸੰਡੇ ਸਕੂਲ ਦੀਆਂ ਕਲਾਸਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ, ਨਾ ਉਹ ਆਪਣਾ ਭੈਣਾਂ ਦੀ ਸਭਾ ਦੇ ਵਿੱਚ ਇਕੱਠੇ ਹੁੰਦੇ ਨੇ, ਨਾ ਉਹ ਯੂਥ ਮੀਟਿੰਗਾਂ ਦੇ ਵਿੱਚ ਸਾਂਝੇ ਹੁੰਦੇ ਨੇ, ਨਾ ਉਹਨਾਂ ਦੇ ਜੀਵਨ ਦੇ ਵਿੱਚ ਜੋ ਉਤਸ਼ਾਹਿਤ ਸਭਾਵਾਂ ਰੱਖੀਆਂ ਜਾਂਦੇ ਉਹਨਾਂ ਦੇ ਵਿੱਚ ਸ਼ਾਮਿਲ। ਉਹਨਾਂ ਦੇ ਜੀਵਨ ਦੇ ਵਿੱਚ ਦੇਖੋ ਬੇਰੁਖੀ ਹੁੰਦੀ ਹੈ, ਉਹਨਾਂ ਦੇ ਜੀਵਨ ਦੇ ਵਿੱਚ ਦੇਖੋ ਉਦਾਸੀ ਹੁੰਦੀ ਹੈ, ਉਹਨਾਂ ਦੇ ਜੀਵਨ ਦੇ ਵਿੱਚ ਦੇਖੋ ਝਗੜੇ ਹੁੰਦੇ ਆ, ਉਹਨਾਂ ਦੇ ਜੀਵਨ ਦੇ ਵਿੱਚ ਦੇਖੋ ਨਿਰਾਸ਼ਾ ਹੁੰਦੀ ਹੈ, ਉਹਨਾਂ ਦੇ ਜੀਵਨ ਦੇ ਵਿੱਚ ਦੇਖੋ ਹਰ ਗੱਲ ਦੇ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਕਲੇਸ਼ ਹੀ ਕਲੇਸ਼ ਹੁੰਦਾ ਹੈ। ਜੇ ਉਹ ਵਿਅਕਤੀ ਪ੍ਰਭੂ ਦੇ ਵਚਨ ਦੇ ਵਿੱਚ, ਉਹਨਾਂ ਦੀ ਸੰਗਤੀ ਦੇ ਵਿੱਚ ਸ਼ਾਮਲ ਹੁੰਦੇ ਆ, ਤਾਂ ਪਰਮੇਸ਼ਰ ਉਹਨਾਂ ਦੇ ਲਈ ਹਰ ਤਰੀਕੇ ਦੇ ਹਰ ਸੰਭਵ ਰਸਤੇ ਨੂੰ ਉਹਨਾਂ ਦੇ ਜੀਵਨ ਦੇ ਵਿੱਚ ਕੱਢ ਦਿੰਦਾ ਹੈ। ਪਿਆਰੋ, ਇਸ ਲਈ ਉਹ ਪਹਿਲੇ ਸਮੇਂ ਦੇ ਵਿੱਚ ਕਲੀਸਿਆਂ ਦੇ ਵਿੱਚ ਇਕੱਠੇ ਹੁੰਦੇ ਸੀ ਔਰ ਇਕੱਠਾ ਹੋਣਾ ਨਹੀਂ ਛੱਡਦੇ ਸੀ। ਇਹ ਹਰ ਇੱਕ ਕਲੀਸਿਆ ਦੇ ਵਿੱਚ ਇੱਕ ਦਸਤੂਰ ਬਣਿਆ ਹੋਇਆ ਸੀ। ਮੈਂ ਯਾਦ ਕਰਦਾ ਹਾਂ, ਜਦ ਯਰਦਨ ਨਦੀ ਦੇ ਪਾਰ ਕਰਨ ਦੇ ਲਈ ਵਾਚਾ ਦੇ ਸੰਦੂਕ ਨੂੰ ਚੁੱਕ ਕੇ ਯਾਜਕ ਅੱਗੇ ਤੁਰੇ ਅਤੇ ਬਾਕੀ ਲੋਕ ਉਹਨਾਂ ਦੇ ਪਿੱਛੇ ਗਏ। ਐ ਨਹੀਂ ਕਿ ਬਾਕੀ ਲੋਕ ਪਿੱਛੇ ਹੀ ਰੁਕ ਗਏ, ਉਹ ਪਿੱਛੇ ਗਏ। ਸਾਨੂੰ ਵੀ ਪੂਰੀ ਮੰਡਲੀ ਦੇ ਨਾਲ ਖੁਦ ਨੂੰ ਇੱਕ ਕਰਨਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਘਰ 'ਚ ਬੈਠ ਕੇ ਸਿੱਖ ਲਵਾਂਗੇ, ਅਸੀਂ ਘਰ ਦੇ ਵਿੱਚ ਬੈਠ ਕੇ ਸੰਗਤ ਕਰ ਲਵਾਂਗੇ, ਅਸੀਂ ਘਰ ਦੇ ਵਿੱਚ ਬੈਠ ਕੇ ਪ੍ਰਭੂ ਨਾਲ ਗੱਲਾਂ ਕਰਾਂਗੇ। ਮੈਂ ਇਸ ਗੱਲ ਦੇ ਅਗੇਂਸਟ ਨਹੀਂ ਹਾਂ।
ਪਰ ਅਸੀਂ ਪਰਮੇਸ਼ਵਰ ਦੀ ਯੋਜਨਾ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਲਈ, ਸਾਡੇ ਆਤਮਿਕ ਜੀਵਨ ਨੂੰ ਉન્નਤ ਕਰਨ ਦੇ ਲਈ ਪਰਮੇਸ਼ਵਰ ਨੇ ਇੱਕ ਕਲੀਸਿਆ ਦਾ ਸਾਡੇ ਵਿੱਚ ਬਣਾਵਟ ਦਾ ਸਵਰੂਪ, ਮਤੀ ਰਚੀ ਸੁਸਮਾਚਾਰ 16 ਅਧਿਆਏ ਉਸ ਦੀ 16 ਆਇਤ ਤੋਂ ਲੈ ਕੇ 20 ਆਇਤਾਂ ਤੱਕ ਪ੍ਰਗਟ ਕਰ ਦਿੱਤਾ ਸੀ। ਤੇ ਐਵੇਂ ਨਹੀਂ ਪ੍ਰਭੂ ਨੇ ਕਿਹਾ ਤੂੰ ਪਤਰਸ ਹੈ, ਮੈਂ ਇਸ ਪੱਥਰ ਦੇ ਉੱਤੇ ਆਪਣੀ ਕਲੀਸਿਆ ਬਣਾਵਾਂਗਾ। ਉਹਨੇ ਕਲੀਸਿਆ ਕਿਉਂ ਬਣਾਈ ਹੈ? ਸੰਗਤੀ ਕਰਨ ਦੇ ਲਈ। ਕਾਹਦੇ ਲਈ ਬਣਾਈ? ਤਾਂ ਕਿ ਕਲੀਸਿਆ ਦੇ ਵਿੱਚ ਮਸੀਹ ਦੇ ਵਿਸ਼ਵਾਸੀ ਲੋਕ ਇੱਕ ਵਿਸ਼ਵਾਸ ਦਾ ਮਜ਼ਬੂਤ ਜੀਵਨ ਉਹਦੀ ਆਮਦ ਤੱਕ ਬਤੀਤ ਕਰ ਸਕਣ, ਉਹਨਾਂ ਨੂੰ એનર્ਜੀ ਮਿਲਦੀ ਰਹੇ। ਅਤੇ ਇਸੇ ਤਰ੍ਹਾਂ ਹਰੇਕ ਰੁਕਾਵਟ ਉੱਤੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਕਲੀਸਿਆ ਦੀ ਸੰਗਤ ਵਿੱਚ ਬਣੇ ਰਹਿਣਾ ਹੈ। ਸਾਨੂੰ ਹੋਰ ਵਿਸ਼ਵਾਸੀਆਂ ਦੇ ਨਾਲ ਸੰਗਤ ਰੱਖਣੀ ਹੈ ਅਤੇ ਮੰਡਲੀ ਦੇ ਫੈਸਲੇ ਅਤੇ ਕਾਰੋਬਾਰ ਵਿੱਚ ਪੂਰਾ ਹਿੱਸਾ ਲੈਣਾ ਹੈ। ਬਹੁਤੇ ਵਿਸ਼ਵਾਸੀ ਹੋਰ ਵਿਸ਼ਵਾਸੀਆਂ ਦੇ ਨਾਲ ਸੰਗਤੀ ਦੇ ਲਈ ਮਿਲਦੇ ਨਹੀਂ। ਜੇ ਉਹਨਾਂ ਨੂੰ ਕਹਿ ਦਿਓ ਫਲਾਣੇ ਭਾਈ ਨੂੰ ਮਿਲ ਕੇ ਆਓ, ਉਹ ਭਾਜੀ ਅਸੀਂ ਸਲਾਹ ਬਣਾਵਾਂਗੇ, ਅਸੀਂ ਫੇਰ ਜਾਵਾਂਗੇ, ਨਹੀਂ। ਤੁਸੀਂ ਉਹਨਾਂ ਨੂੰ ਮਜ਼ਬੂਤ ਕਿੱਦਾਂ ਕਰ ਸਕਦੇ ਹੋ? ਸੰਗਤੀ ਦੇਣ ਦੇ ਨਾਲ। ਹੋ ਸਕਦਾ ਨਿਰਾਸ਼ ਹੋਣ, ਹੋ ਸਕਦਾ ਗਲਤ ਫੈਸਲਾ ਲੈਣ ਦੇ ਲਈ ਤਿਆਰ ਹੋਣ। ਇੱਕ ਵਾਰ ਮੈਨੂੰ ਯਾਦ ਹੈ, ਮੈਂ ਜਦੋਂ ਆਪਣੇ ਇਸ ਖੇਤਰ ਦੇ ਵਿੱਚ, ਮਾਲਪੁਰ ਖੇਤਰ ਦੇ ਵਿੱਚ ਸੇਵਾ ਕਰ ਰਿਹਾ ਸਾਂ, ਤਾਂ ਮੈਂ ਕਿਸੇ ਜਗ੍ਹਾ ਦੇ ਵਿੱਚ ਮੀਟਿੰਗ ਕਰਨ ਦੇ ਲਈ ਜਾ ਰਿਹਾ ਸੀ ਤੇ ਮੈਨੂੰ ਆਪਣਾ ਰਿਮੈਂਬਰ ਆਇਆ, ਇੱਕ ਪਰਿਵਾਰ ਲਗਾਤਾਰ 4 ਹਫ਼ਤਿਆਂ ਦੇ ਵਿੱਚ ਸਾਡੇ ਕੋਲ ਨਹੀਂ ਆਇਆ। ਔਰ ਮੈਂ ਜਦੋਂ ਉਸ ਪਰਿਵਾਰ ਦੇ ਕੋਲ ਸੰਗਤ ਕਰਨ ਦੇ ਲਈ ਆਪਣੇ ਆਪ ਨੂੰ ਉੱਧਰ ਮੋੜਿਆ, ਮੇਰੇ ਨਾਲ ਮੇਰੀ ਪਤਨੀ ਵੀ ਸੀ। ਉਹਨਾਂ ਨੇ ਕਿਹਾ ਤੁਸੀਂ ਅੱਜ ਜਾਣਾ ਤਾਂ ਉਸ ਪਿੰਡ 'ਚ ਸੀ, ਤੁਸੀਂ ਕਿੱਧਰ ਨੂੰ ਜਾ ਰਹੇ ਹੋ? ਮੈਂ ਕਿਹਾ ਨਹੀਂ, ਮੈਨੂੰ ਪਰਮੇਸ਼ਵਰ ਦਾ ਆਤਮਾ ਕਹਿ ਰਿਹਾ ਉਸ ਪਰਿਵਾਰ ਨੂੰ ਮਿਲਣਾ। ਜਦੋਂ ਮੈਂ ਉਸ ਪਰਿਵਾਰ ਦੇ ਵਿੱਚ ਮੇਰੇ ਪਿਆਰੇ ਅਜ਼ੀਜ਼ ਪਹੁੰਚਿਆ ਤਾਂ ਉਸ ਪਰਿਵਾਰ ਦੇ ਵਿੱਚ ਪਤੀ ਪਤਨੀ ਦੇ ਵਿੱਚ ਝਗੜਾ ਇੰਨਾ ਸੀ, ਪਤਨੀ ਆਪਣੇ ਆਪ ਨੂੰ ਮਿੱਟੀ ਦੇ ਤੇਲ ਦੇ ਨਾਲ ਅੱਗ ਲਾ ਕੇ ਸਾੜਨ ਵਾਲੀ ਸੀ। ਉਹ ਭਾਈ ਬਾਹਰ ਦੁਹਾਈਆਂ ਦੇ ਰਿਹਾ ਸੀ। ਔਰ ਜਦੋਂ ਅਸੀਂ ਪਹੁੰਚੇ ਉੱਥੇ ਦਰਵਾਜ਼ਾ ਖਟਖਟਾਇਆ, ਅਸੀਂ ਕਿਹਾ ਭੈਣ ਦਰਵਾਜ਼ਾ ਖੋਲ੍ਹ, ਅਸੀਂ ਆਏ ਹਾਂ। ਔਰ ਜਦੋਂ ਉਹਨੇ ਸਾਡੀ ਆਵਾਜ਼ ਸੁਣੀ, ਦਰਵਾਜ਼ਾ ਖੋਲ੍ਹਿਆ, ਅਸੀਂ ਉਹਦੇ ਨਾਲ ਬੈਠੇ ਔਰ ਉਸ ਭਾਈ ਦੇ ਨਾਲ ਬੈਠੇ ਗੱਲਬਾਤ ਕੀਤੀ। ਤਦ ਉਹਨਾਂ ਨੇ ਆਪਸ ਦੇ ਵਿੱਚ ਆਪਣੀਆਂ ਗਲਤੀਆਂ ਦਾ ਇਕਰਾਰ ਕੀਤਾ ਤੇ ਉਹ ਇੱਕ ਹੋ ਗਏ। ਅਤੇ ਉਹਨਾਂ ਦੇ ਨਾਲ ਅਸੀਂ ਪਰਮੇਸ਼ਵਰ ਦੇ ਵਚਨ ਦੀ ਲਗਾਤਾਰ ਉਹਨਾਂ ਨੂੰ ਸੰਗਤੀ ਦਿੰਦੇ ਰਹੇ। ਅੱਜ ਉਹ ਪ੍ਰਭੂ ਦੇ ਵਿੱਚ ਮਜ਼ਬੂਤ ਹੋ ਗਏ ਅਤੇ ਪ੍ਰਭੂ ਨੇ ਉਹਨਾਂ ਨੂੰ ਬੱਚਿਆਂ ਦੇ ਨਾਲ ਬਲੈਸ ਵੀ ਕੀਤਾ। ਸੰਗਤੀ ਦਾ ਕਿੰਨਾ ਵੱਡਾ ਮਹੱਤਵ। ਜਦੋਂ ਅਸੀਂ ਸੰਗਤੀ ਨਹੀਂ ਕਰਦੇ ਹਾਂ, ਜਦੋਂ ਅਸੀਂ ਸੰਗਤੀ ਦੇ ਵਿੱਚ ਨਹੀਂ ਜਾਂਦੇ ਹਾਂ, ਜੋ ਜੋ ਸੰਗਤੀ ਸਾਡੇ ਕਲੀਸਿਆ ਦੇ ਵਿੱਚ ਸਾਨੂੰ ਦਿੱਤੀ ਗਈ ਹੈ ਉਸ ਦੇ ਅਨੁਸਾਰ ਅਸੀਂ ਆਪਣਾ ਜੀਵਨ ਨਹੀਂ ਬਤੀਤ ਕਰਦੇ ਹਾਂ, ਤਾਂ ਸਾਡੇ ਵਿੱਚ ਜੋ ਸ਼ਤਰੂ ਹੈ, ਜੋ ਇਸ ਸੰਸਾਰ ਨੂੰ ਚਲਾ ਰਿਹਾ ਹੈ, ਉਹ ਸਾਡੇ ਵਿਸ਼ਵਾਸ ਦੇ ਜੀਵਨ ਨੂੰ ਨਸ਼ਟ ਕਰਨ ਦੇ ਲਈ, ਸਾਨੂੰ ਪਾਪ ਕਰਨ ਦੇ ਲਈ ਮਜਬੂਰ ਕਰ ਦਿੰਦਾ ਹੈ। ਇਸ ਲਈ ਮੈਂ ਆਪਣੀ ਕਲੀਸਿਆ ਦੇ ਵਿੱਚ ਬਾਰ-ਬਾਰ ਕਹਿੰਦਾ, ਪ੍ਰਾਰਥਨਾ ਦੀ ਸੰਗਤ ਵਿੱਚ ਇਕੱਠੇ ਹੋਵੋ, ਭੈਣਾਂ ਦੀ ਸੰਗਤ ਵਿੱਚ ਇਕੱਠੇ ਹੋਵੋ, ਭਾਈਆਂ ਦੀ ਸੰਗਤ ਵਿੱਚ ਇਕੱਠੇ ਹੋਵੋ, ਪ੍ਰਾਰਥਨਾ ਦੀ ਸੰਗਤ ਵਿੱਚ ਇਕੱਠੇ। ਕਾਹਦੇ ਲਈ? ਕਿਸ ਲਈ? ਕਿ ਤੁਸੀਂ ਮਸੀਹ ਯਸੂ ਦੀ ਸੰਗਤ ਵਿੱਚ ਮਜ਼ਬੂਤ ਹੋ ਸਕੋ, ਜਿਸ ਦੇ ਲਈ ਪਰਮੇਸ਼ਵਰ ਨੇ ਤੁਹਾਨੂੰ ਮਸੀਹ ਯਸੂ ਦੇ ਵਿੱਚ ਆਪਣੀ ਸੰਗਤ ਵਿੱਚ ਬੁਲਾਇਆ ਹੈ। ਪਹਿਲਾ ਕੁਰੰਥੀਆਂ 1:9 ਦੇ ਵਿੱਚ ਲਿਖਿਆ ਹੋਇਆ ਹੈ। ਅਸੀਂ ਸੰਗਤ ਦੇ ਇਸ ਮਹੱਤਵ ਨੂੰ ਸਮਝ ਹੀ ਨਹੀਂ ਰਹੇ। ਅਸੀਂ ਆਪਣੀ ਮਰਜ਼ੀ ਨੂੰ, ਆਪਣੀ ਖੁਸ਼ੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਨਾਲ ਸਾਡੇ ਵਿੱਚ ਝਗੜੇ ਆ ਜਾਂਦੇ ਆ, ਫਸਾਦ ਆ ਜਾਂਦੇ ਆ। ਅਸੀਂ ਕਲੀਸਿਆ ਤੋਂ ਦੂਰ ਹੋ ਜਾਂਦੇ, ਕਲੀਸਿਆ ਤੋਂ ਦੂਰ ਹੋ ਕੇ ਪ੍ਰਭੂ ਤੋਂ ਦੂਰ ਹੋ ਜਾਂਦੇ। ਪ੍ਰਭੂ ਤੋਂ ਦੂਰ ਹੋਣ ਦੇ ਨਾਲ ਆਪਣੀ ਜ਼ਿੰਦਗੀ ਨੂੰ ਸਦਾ ਸਦਾ ਦੇ ਲਈ ਖਤਮ। ਇਹੋ ਤਾਂ ਇਸ ਯੁੱਗ ਦਾ ਈਸ਼ਵਰ ਚਾਹੁੰਦਾ ਹੈ। ਇਸੇ ਕਰਕੇ ਤਾਂ ਉਹ ਕਹਿੰਦਾ ਦੂਸਰਾ ਕੁਰੰਥੀਆਂ 2:11 ਦੇ ਵਿੱਚ, ਤੁਸੀਂ ਸ਼ੈਤਾਨ ਦੇ ਚਾਲਿਆਂ ਤੋਂ ਅਣਜਾਣ ਨਹੀਂ।
ਉਹਦੀਆਂ ਚਾਲਾਂ ਤੋਂ ਬਚਣ ਦੇ ਲਈ ਪਰਮੇਸ਼ਵਰ ਨੇ ਸਾਨੂੰ ਕਲੀਸਿਆ ਦੀ ਸੰਗਤ ਵਿੱਚ ਜੋੜਿਆ ਹੈ ਕਿ ਅਸੀਂ ਸੰਗਤ ਵਿੱਚ ਇਕੱਠੇ ਹੋ ਕੇ ਇਹਨਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਰ ਸਕੀਏ ਅਤੇ ਸਮਾਧਾਨ ਲੱਭ ਕੇ ਪ੍ਰਭੂ ਦੇ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਇੱਕ ਜਿੱਤ ਦਾ ਜੀਵਨ ਬਤੀਤ ਕਰ ਸਕੀਏ, ਵਿਕਟਰੀ ਜੀਵਨ। ਪ੍ਰਭੂ ਚਾਹੁੰਦਾ ਹੈ ਅਸੀਂ ਉਸ ਨੂੰ ਬਤੀਤ ਕਰੀਏ। ਉਹ ਅਜਿਹਾ ਸਮਝਦੇ ਹਨ ਘਰ ਵਿੱਚ ਰਹਿ ਕੇ ਚੰਗੀਆਂ ਕਿਤਾਬਾਂ ਪੜ੍ਹਨ ਦੇ ਦੁਆਰਾ ਜਾਂ ਚੰਗੇ ਕੰਮ ਕਰਨ ਦੇ ਦੁਆਰਾ ਜਾਂ ਅਜਿਹੀਆਂ ਗੱਲਾਂ ਨੂੰ ਅਪਣਾਉਣ ਦੇ ਦੁਆਰਾ ਉਹਨਾਂ ਨੂੰ ਬਰਕਤ ਮਿਲੇਗੀ। ਇਹਨਾਂ ਦਿਨਾਂ ਵਿੱਚ ਤੁਸੀਂ ਰੇਡੀਓ ਦੇ ਰਾਹੀਂ ਸੰਦੇਸ਼ ਸੁਣਦੇ ਹੋ ਅਤੇ ਮੰਨਦੇ ਹੋ ਕਿ ਅਸੀਂ ਚੰਗੇ ਭਜਨ ਅਤੇ ਚੰਗੇ ਸੰਦੇਸ਼ਾਂ ਦੇ ਦੁਆਰਾ ਪਰਮੇਸ਼ਰ ਦੀਆਂ ਸਾਰੀਆਂ ਬਰਕਤਾਂ ਨੂੰ ਪ੍ਰਾਪਤ ਕਰ ਸਕਾਂਗੇ। ਇਸ ਤਰ੍ਹਾਂ ਨਹੀਂ ਹੋ ਸਕਦਾ। ਮੈਂ ਬਹੁਤ ਸਾਰੇ ਅਜਿਹੇ ਆਪ ਨੂੰ ਉਦਾਹਰਨ ਦੇ ਸਕਦਾ ਹਾਂ ਜਿਨ੍ਹਾਂ ਦੀ ਬਰਕਤ ਮੈਂ ਸੰਗਤ ਵਿੱਚ ਹੀ ਪਾਈ ਹੈ। ਸੰਗਤ ਦੇ ਵਿੱਚ ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕੀਤੀ ਹੈ। ਸੰਗਤ ਦੇ ਵਿੱਚ ਪਰਮੇਸ਼ਵਰ ਨੇ ਮੈਨੂੰ ਬਲੈਸ ਕੀਤਾ ਹੈ। ਸੰਗਤ ਦੇ ਵਿੱਚ ਪਰਮੇਸ਼ਵਰ ਨੇ ਮੈਨੂੰ ਸੇਵਾ ਦਿੱਤੀ ਹੈ। ਸੰਗਤ ਦੇ ਵਿੱਚ ਪਰਮੇਸ਼ਵਰ ਨੇ ਮੈਨੂੰ ਇਸ ਸੇਵਾ ਦੇ ਵਿੱਚ ਅੱਗੇ ਵਧਣ ਦੇ ਤਜਰਬੇ ਦਿੱਤੇ ਹੈ। ਸੰਗਤ ਦੇ ਵਿੱਚ ਪਰਮੇਸ਼ਵਰ ਨੇ ਮੈਨੂੰ ਫੈਸਲੇ ਕਰਨ ਦੀ ਸਮਰੱਥ ਦਿੱਤੀ ਹੈ। ਇਹ ਸੰਗਤ ਕੋਈ ਹਲਕੀ ਚੀਜ਼ ਨਹੀਂ। ਇਸ ਦੇ ਵਿੱਚ ਪਰਮੇਸ਼ਰ ਵਿਦਿਆਮਾਨ ਹੈ। ਉਹ ਮੇਰੀ ਹਰ ਇੱਕ ਜੁੜੀ ਹੋਈ ਗੱਲ ਨੂੰ ਪੂਰਾ ਕਰਦਾ ਹੈ। ਕਿੱਦਾਂ? ਸੰਗਤ ਦੇ ਵਿੱਚ ਦੇ ਰਹੇ ਉਸ ਉਪਦੇਸ਼ ਦੇ ਰਾਹੀਂ, ਉਸ ਵਚਨ ਦੇ ਰਾਹੀਂ ਜਿਹੜਾ ਮੇਰੇ ਲਈ ਅਤੇ ਮੇਰੀ ਆਤਮਾ ਦੇ ਲਈ। ਬਾਈਬਲ ਦੱਸਦੀ ਹੈ ਤੁਸੀਂ ਚੰਗੀਆਂ ਕਿਤਾਬਾਂ ਪੜ੍ਹ ਕੇ, ਰੇਡੀਓ ਦੇ ਸੰਦੇਸ਼ ਸੁਣ ਕੇ ਤੁਸੀਂ ਪੂਰੀਆਂ ਬਰਕਤਾਂ ਪ੍ਰਾਪਤ ਕਰ ਸਕੋਗੇ। ਅਜਿਹਾ ਵਿਚਾਰ ਨਾ ਕਰੋ। ਇਸ ਤਰ੍ਹਾਂ ਨਾਲ ਤੁਸੀਂ ਕਮਜ਼ੋਰ ਅਤੇ ਬਲਹੀਨ ਹੋ ਜਾਓਗੇ। ਸਾਥੀ ਵਿਸ਼ਵਾਸੀਆਂ ਦੇ ਵਾਂਗ ਪ੍ਰਾਰਥਨਾ ਵਿੱਚ, ਸੰਗਤੀ ਦੇ ਵਿੱਚ ਇਕੱਠੇ ਹੋਣ ਨੂੰ ਮਿਲਣਾ ਅਤੇ ਬਾਈਬਲ ਅਧਿਐਨ ਦੇ ਲਈ, ਪ੍ਰਭੂ ਦੇ ਵਚਨ ਨੂੰ ਸਿੱਖਣ ਦੇ ਲਈ ਇਕੱਠੇ ਹੋਣਾ ਅਤੇ ਆਪਣੇ ਬੱਚਿਆਂ ਨੂੰ VBS ਜਾਂ ਗੁੱਡ ਨਿਊਜ਼ ਕਲੱਬ ਜਾਂ ਸੰਡੇ ਸਕੂਲ ਦੇ ਵਿੱਚ ਇਕੱਠੇ ਹੋਣ ਦੇ ਨਾਲ ਉਹਨਾਂ ਦੇ ਵਿਸ਼ਵਾਸ ਨੂੰ ਅਤੇ ਨਵੇਂ ਜਨਮ ਦੀ ਉਸ ਖਿਆਲਾਤ ਦੇ ਵਿੱਚ, ਜਿਸ ਦੇ ਵਿੱਚ ਪ੍ਰਭੂ ਉਸ ਨੂੰ ਬਚਾਉਣਾ ਚਾਹੁੰਦਾ ਚੁਣ, ਉਸ ਦੇ ਵਿੱਚ ਜੁੜਨ ਦੇ ਲਈ ਕਹਿੰਦਾ ਹੈ। ਪਿਆਰੋ, ਅਸੀਂ ਪ੍ਰਭੂ ਦੀ ਸੰਗਤ ਅਤੇ ਉਸ ਦੇ ਉਪਦੇਸ਼ ਤੋਂ ਬਗੈਰ, ਉਸ ਦੀ ਕਲੀਸਿਆ ਦੀ ਸੰਗਤੀ ਤੋਂ ਬਗੈਰ ਕਦੇ ਵੀ ਆਪਣੇ ਜੀਵਨ ਦੇ ਵਿੱਚ ਉੱਨਤ ਨਹੀਂ ਹੋ ਸਕਦਾ। ਪ੍ਰਕਾਸ਼ ਦੀ ਪੋਥੀ ਦੇ ਵਿੱਚ 7 ਕਲੀਸਿਆਵਾਂ ਦਾ ਜ਼ਿਕਰ ਕੀਤਾ ਗਿਆ। ਉਹ 7 ਕਲੀਸਿਆ ਦੀ ਕਮਜ਼ੋਰੀ ਦੇ ਬਾਰੇ, 7 ਕਲੀਸਿਆ ਦੀ ਬਿਹਤਰੀ ਦੇ ਬਾਰੇ, 7 ਕਲੀਸਿਆ ਦੇ ਵਿਸ਼ਵਾਸ ਦੀ ਮਜ਼ਬੂਤੀ ਦੇ ਬਾਰੇ ਲਿਖਿਆ ਗਿਆ। ਜੋ ਸੰਗਤ ਵਿੱਚ ਸੀ ਤਾਂ ਲਿਖਿਆ ਗਿਆ ਹੈ, ਜੇ ਸੰਗਤ ਵਿੱਚ ਨਹੀਂ ਸੀ ਤਾਂ ਨਹੀਂ ਲਿਖਿਆ ਗਿਆ। ਇਸ ਲਈ ਸੰਗਤ ਦੇ ਵਿੱਚ ਸਾਨੂੰ ਇਕੱਠੇ ਹੋਣ ਨੂੰ ਕਦੇ ਛੱਡਣਾ ਨਹੀਂ ਚਾਹੀਦਾ। ਬਾਈਬਲ ਦੇ ਵਿੱਚ ਮੈਂ ਕੁਝ ਗੱਲਾਂ ਆਪ ਦੇ ਲਈ ਪੜ੍ਹ ਰਿਹਾ ਹਾਂ। ਜਦੋਂ ਅਸੀਂ ਪਹਿਲਾ ਕੁਰਿੰਥੀਆਂ 3 ਅਧਿਆਏ ਉਸ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਪੌਲਸ ਰਸੂਲ 3:1 ਦੇ ਵਿੱਚ ਕਹਿੰਦਾ, ਹੇ ਭਰਾਵੋ, ਮੈਂ ਤੁਹਾਡੇ ਨਾਲ ਐਦਾਂ ਨਾ ਬੋਲ ਸਕਿਆ ਜਿੱਦਾਂ ਆਤਮਕ ਨਾਲ, ਸਗੋਂ ਜਿੱਦਾਂ ਸਰੀਰਕਾਂ ਨਾਲ ਬੋਲੀਦਾ ਹੈ, ਜਿੱਦਾਂ ਉਹਨਾਂ ਨਾਲ ਜਿਹੜੇ ਮਸੀਹ ਵਿੱਚ ਨਿਆਣੇ ਹਨ। ਕਹਿੰਦਾ ਮੈਂ ਬੋਲ ਨਹੀਂ ਸਕਿਆ, ਲੇਕਿਨ ਜਦੋਂ ਮੈਂ ਆਮਣੇ ਸਾਹਮਣੇ ਸਾਂ ਤਾਂ ਮੈਂ ਤੁਹਾਡੇ ਨਾਲ ਉਹ ਗੱਲਾਂ ਕਰ ਸਕਿਆ ਜਿਹੜੇ ਸਾਡੇ ਜੀਵਨ ਦੇ ਵਿੱਚ ਅੱਗੇ ਵਧਣਗੀਆਂ ਸੀ। ਜਿਵੇਂ ਇਬਰਾਨੀਆਂ ਦੇ ਵਿੱਚ ਜਦੋਂ ਪੌਲਸ ਰਸੂਲ ਇਬਰਾਨੀਆਂ ਦੇ ਯਹੂਦੀ ਮਸੀਹਾਂ ਦੇ ਬਾਰੇ ਲਿਖਦਾ ਹੈ, 2 ਅਧਿਆਏ ਉਸ ਦੀ 1 ਤੋਂ 3, ਇੱਥੇ ਲਿਖਿਆ, ਇਸ ਕਾਰਨ ਚਾਹੀਦਾ ਹੈ ਅਸੀਂ ਉਹਨਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਨਾਲ ਰੱਖੀਏ। ਅਜਿਹਾ ਨਾ ਹੋਵੇ ਭਾਈ ਕਿਤੇ ਅਸੀਂ ਉਹਨਾਂ ਤੋਂ ਬਹਿ ਕੇ ਦੂਰ ਹੋ ਜਾਈਏ। ਜਦੋਂ ਉਹ ਵਚਨ ਜਿਹੜਾ ਦੂਤਾਂ ਦੀ ਜਵਾਨੀ ਆਖਿਆ ਗਿਆ ਸੀ ਦ੍ਰਿੜਤਾ ਨਾਲ ਠਹਿਰਿਆ ਅਤੇ ਅਪਰਾਧ ਅਤੇ ਅਣਆਗਿਆਕਾਰੀਤਾ ਦਾ ਠੀਕ ਬਦਲਾ ਮਿਲਿਆ, ਅਸੀਂ ਕਿਉਂ ਘਰ ਬਚ ਨਿਕਲਾਂਗੇ। ਜੇ ਐਡੀ ਵੱਡੀ ਮੁਕਤੀ ਦੀ
ਬੇਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੂ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ ਹੈ। ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ, ਕਲੀਸਿਆ ਦੇ ਵਿੱਚ ਸਾਬਤ ਹੋਈ। ਪਿਆਰੋ, ਬਾਰ-ਬਾਰ ਪਰਮੇਸ਼ਵਰ ਸਾਨੂੰ ਕਹਿੰਦਾ ਹੈ ਕਿ ਅਸੀਂ ਆਪਸ ਵਿੱਚ ਇਕੱਠਾ ਹੋਣਾ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ, ਸਗੋਂ ਜਦੋਂ ਉਸ ਦਿਨ ਨੂੰ ਹੋਰ ਵੀ ਨੇੜੇ ਆਉਂਦੇ ਦੇਖੀਏ ਤਾਂ ਅਸੀਂ ਇੱਕ ਦੂਸਰੇ ਨੂੰ ਉਪਦੇਸ਼ ਕਰਿਆ ਕਰੀਏ, ਅਸੀਂ ਇੱਕ ਦੂਸਰੇ ਨੂੰ ਸਮਝਾਈਏ, ਅਸੀਂ ਇੱਕ ਦੂਸਰੇ ਨੂੰ ਬਲ ਦਈਏ। ਇਹ ਤਦੇ ਹੋ ਸਕਦਾ ਹੈ ਜਦੋਂ ਅਸੀਂ ਕਲੀਸਿਆ ਦੀ ਸੰਗਤ ਦੇ ਵਿੱਚ, ਕਲੀਸਿਆ ਦੇ ਸੰਗਤ ਦੇ ਦਿਨਾਂ ਦੇ ਵਿੱਚ ਕਲੀਸਿਆ ਨਾਲ ਮਿਲੀਏ, ਜਿਸ ਦੇ ਨਾਲ ਸਾਡਾ ਵਿਸ਼ਵਾਸ ਮਜ਼ਬੂਤ ਹੋ ਸਕੇ। ਅਸੀਂ ਪ੍ਰਭੂ ਦੀ ਆਮਦ ਵਿੱਚ ਸ਼ਰੀਕ ਹੋਣ ਵਾਲੇ ਇੱਕ ਸੱਚੇ ਅਤੇ ਜੇਤੂ ਮਸੀਹੀ ਦੀ ਤਰ੍ਹਾਂ ਅਸੀਂ ਆਪਣੇ ਪ੍ਰਭੂ ਦੇ ਨਾਲ ਬੱਦਲਾਂ ਤੇ ਮਿਲ ਸਕੀਏ। ਇਸ ਲਈ ਮੈਂ ਆਪ ਨੂੰ ਇੱਕ ਵਾਰ ਫੇਰ ਇਸ ਵਚਨ ਦੇ ਰਾਹੀਂ ਇਹ ਤਾਕੀਦ ਕਰਾਂਗਾ ਕਿ ਜਿਸ ਵੀ ਕਲੀਸਿਆ ਦੇ ਵਿੱਚ ਤੁਸੀਂ ਜਾ ਰਹੇ ਹੋ, ਉਸ ਸੰਗਤ ਨੂੰ ਕਦੇ ਨਾ ਛੱਡੋ, ਉਸ ਸੰਗਤ ਨੂੰ ਕਰਦੇ ਰਹੋ, ਤਾਂ ਕਿ ਪਰਮੇਸ਼ਵਰ ਤੁਹਾਡੇ ਅੰਦਰ ਜੋ ਵਿਸ਼ਵਾਸ ਦੀ ਕਮੀ ਹੈ, ਜਾਂ ਤੁਹਾਡੇ ਅੰਦਰ ਕੋਈ ਰੁਕਾਵਟ ਹੈ, ਜਾਂ ਤੁਹਾਡੇ ਜੀਵਨ ਦੇ ਵਿੱਚ ਕੋਈ ਕਲੇਸ਼ ਹੈ, ਜਾਂ ਤੁਹਾਡੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਹੈ, ਉਹ ਉਸ ਸੰਗਤ ਦੇ ਵਿੱਚ ਜਾ ਕੇ ਹੱਲ ਹੋ ਜਾਏਗੀ ਅਤੇ ਤੁਸੀਂ ਇੱਕ ਨਵ ਜਨਮੇ ਬੱਚੇ ਦੀ ਤਰ੍ਹਾਂ ਉਸ ਉਪਦੇਸ਼ ਦੇ ਰਾਹੀਂ ਪਰਮੇਸ਼ਵਰ ਦੀ ਸਮਰੱਥ ਪਾ ਕੇ ਉਸ ਦੇ ਵਿੱਚ ਮਜ਼ਬੂਤੀ ਨਾਲ ਅੱਗੇ ਵਧਦੇ ਜਾਓਗੇ। ਪਰਮੇਸ਼ਵਰ ਆਪ ਨੂੰ ਇਸ ਵਚਨ ਦੇ ਨਾਲ ਅਜਿਹਾ ਹੋਣ ਦੇ ਲਈ, ਅਜਿਹਾ ਕਰਨ ਦੇ ਲਈ ਮਦਦ ਕਰੇ, ਤਾਂ ਕਿ ਪ੍ਰਭੂ ਦਾ ਨਾਮ ਆਪ ਦੇ ਜੀਵਨ ਦੇ ਵਿੱਚ ਉੱਚਾ ਹੋ ਸਕੇ। ਆਪ ਸਭ ਨੂੰ ਜੈ ਮਸੀਹ।